ਸਤਿ ਸ਼੍ਰੀ ਅਕਾਲ ਜੀ। ਤੁਸੀਂ ਪ੍ਰਾਈਮ ਮਿਨਿਸਟਰ ਟੈਲੀਵਿਜ਼ਨ ਦੇਖ ਰਹੇ ਹੋ। ਦੋਸਤੋ ਮੈਂ ਹਾਂ ਸਵਰਨ ਸਿੰਘ ਟਹਿਣਾ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਦਿੱਲੀ ਤੇ ਹਰਿਆਣੇ ਦੇ ਵਿੱਚ ਦਿਨ ਦੇ ਵੇਲੇ ਸੋਹਣੀ ਧੁੱਪ ਨਿਕਲੀ ਹੈ। ਰਾਤ ਦੇ ਵੇਲੇ ਠੰਡ ਸੀ, ਪਰ ਠੰਡ ਹੁਣ ਲਗਾਤਾਰ ਘਟਦੇ ਕ੍ਰਮ ਦੇ ਵੱਲ ਪ੍ਰਤੀਤ ਹੋ ਰਹੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਆਉਂਦੇ 72 ਘੰਟਿਆਂ ਦੇ ਵਿੱਚ ਤਿੰਨਾਂ ਸੂਬਿਆਂ ਦਾ ਮੌਸਮ ਆ ਜਿਹੜਾ ਉਹ ਸਥਿਰ ਰਹਿਣ ਦੀ ਆਸ ਹੈ। ਹੁਣ ਜੇ ਪਹਿਲੀ ਵੱਡੀ ਖਬਰ ਦੇ ਵੱਲ ਜਾਂਦੇ ਆ ਤਾਂ 26 ਜਨਵਰੀ ਦੇ ਮੌਕੇ ਲਾਲ ਕਿਲੇ ਦੇ ਆਲੇ ਦੁਆਲੇ ਜਾਂ ਦਿੱਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜੋ ਕੁਝ ਹੋਇਆ, ਉਸ ਮਾਮਲੇ ਦੇ ਉੱਤੇ ਬਹੁਤ ਵੱਡੇ ਪੱਧਰ ਦੇ ਉੱਤੇ ਚਰਚਾ ਛਿੜੀ ਹੋਈ ਹੈ। ਦਿੱਲੀ ਦੀ ਪੁਲਿਸ ਦੇ ਵੱਲੋਂ ਜੰਗੀ ਪੱਧਰ ਦੇ ਉੱਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਕਈ ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ। 200 ਦੇ ਕਰੀਬ ਲੋਕ ਹਿਰਾਸਤ ਦੇ ਵਿੱਚ ਲਏ ਗਏ ਆ ਤੇ ਦਿੱਲੀ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਹੁੜਦੰਗ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਊਗਾ। ਕਿਸੇ ਵੀ ਦੰਗਾਕਾਰੀ ਨੂੰ ਅਸੀਂ ਬਖਸ਼ਣ ਦੇ ਰੌਂ ਦੇ ਵਿੱਚ ਨਹੀਂ ਆ। ਦੂਜੇ ਪਾਸੇ ਕਿਸਾਨ ਆਗੂ ਲਗਾਤਾਰ ਇਹ ਗੱਲ ਕਹਿ ਰਹੇ ਆ ਕਿ ਇਹ ਏਜੰਸੀਆਂ ਦੀ ਸਾਜ਼ਿਸ਼ ਸੀ। ਦੀਪ ਸਿੱਧੂ ਵਰਗੇ ਲੋਕ ਆ ਜਿਹੜੇ ਉਹ ਏਜੰਸੀਆਂ ਦੇ ਹੱਥ ਦੇ ਵਿੱਚ ਖੇਡ ਗਏ। ਭੰਦੇਰ ਵਰਗੇ ਲੋਕਾਂ ਨੇ ਬਹੁਤ ਵੱਡਾ ਨੁਕਸਾਨ ਕਰ ਦਿੱਤਾ ਇਸ ਅੰਦੋਲਨ ਦਾ। ਪਰ ਲੋਕਾਂ ਦੇ ਮਨਾਂ ਵਿੱਚ ਸਵਾਲ ਇਹ ਉੱਠਦਾ ਕਿ ਇਸ ਅੰਦੋਲਨ ਦਾ ਹੁਣ ਬਣੂਗਾ ਕੀ ਇਹ ਅੰਦੋਲਨ ਹੁਣ ਠੁੱਸ ਹੋ ਕੇ ਰਹਿ ਜਾਊਗਾ? ਕੀ ਇਹ ਅੰਦੋਲਨ ਚੱਲਦਾ ਰਹੂਗਾ? ਕੀ ਜਦੋਂ ਕਿਸਾਨ ਆਗੂਆਂ ਦੀ ਜੇਕਰ ਗ੍ਰਿਫਤਾਰੀ ਹੋ ਜਾਂਦੀ ਹੈ ਤਾਂ ਇਸ ਅੰਦੋਲਨ ਦੇ ਵਿੱਚ ਕੁਝ ਹੋਊਗਾ? ਕੀ ਅਸੀਂ ਕਿਸੇ ਸਿੱਟੇ ਦੇ ਉੱਤੇ ਪਹੁੰਚਾਂਗੇ ਜਾਂ ਲਗਾਤਾਰ ਨਿਰਾਸ਼ਾ ਇਵੇਂ ਹੀ ਅੱਗੇ ਤੋਂ ਅੱਗੇ ਵੱਧਦੀ ਜਾਊਗੀ? ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਆ। ਕਈ ਲੋਕਾਂ ਦਾ ਇਹ ਕਹਿਣਾ, ਜਿਵੇਂ ਕਿ ਫੇਸਬੁੱਕ ਦੇ ਉੱਤੇ ਅਕਸਰ ਹੁੰਦਾ ਵੀ ਹੈ ਕਿ ਦੇਖੋ ਜੀ, ਆਪਾਂ ਇਉਂ ਕਰਤਾ, ਆਪਾਂ ਐਂ ਹੀ ਝੰਡਾ ਕੱਢ ਦਿੰਦੇ ਹੁੰਦੇ ਆ, ਆਪਾਂ ਸਿਰਾ ਐਂ ਲਾਉਂਦੇ ਹੁੰਦੇ ਆ, ਇਹ ਤਾਂ ਜੀ ਹੱਕ ਐਂ ਲੈਣਾ ਪੈਂਦਾ, ਆਪਾਂ ਤਾਂ ਜੀ ਇਉਂ ਹੀ ਦਿੱਲੀ ਦੇ ਵਿੱਚ ਬੈਰੀਕੇਡ ਤੋੜਨੇ ਸੀ। ਉਹਨਾਂ ਦੇ ਜਿਹੜੇ ਆਪਣੇ ਜਜ਼ਬਾਤ ਆ ਉਹਨਾਂ ਦੇ ਉੱਤੇ ਅਸੀਂ ਕੋਈ ਟਿੱਪਣੀ ਨਹੀਂ ਕਰ ਸਕਦੇ, ਕਿਉਂਕਿ ਸਭ ਦੇ ਆਪੋ ਆਪਣੇ ਰਾਏ ਆ, ਸਭ ਦੀ ਆਪੋ ਆਪਣੇ ਵਿਚਾਰ ਆ। ਪਰ ਸਵਾਲ ਇਹ ਪੈਦਾ ਹੁੰਦਾ ਕਿ ਇਹ ਸਾਰਾ ਕੁਝ ਕਰਨ ਦੇ ਨਾਲ ਅਸੀਂ ਖੱਟਿਆ ਕੀ ਆ? ਸਵਾਲ ਇਹ ਪੈਦਾ ਹੁੰਦਾ ਕਿ ਕੀ ਇਹਦੇ ਨਾਲ ਅੰਦੋਲਨ ਨੂੰ ਕੋਈ ਬਲ ਮਿਲਿਆ ਜਾਂ ਅੰਦੋਲਨ ਖਤਮ ਹੋਣ ਦੇ ਕੰਢੇ ਦੇ ਉੱਤੇ ਪਹੁੰਚ ਗਿਆ? ਅੱਜ ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਹੋਏ ਆ, ਉਹਨਾਂ ਤੇ ਜਿਨ੍ਹਾਂ ਦਾ ਕਸੂਰ ਕੋਈ ਨਹੀਂ, ਤੇ ਜਿਨ੍ਹਾਂ ਨੇ ਉੱਥੇ ਜਾ ਕੇ ਇਲਤਾਂ ਕੀਤੀਆਂ ਤੇ ਉਹ ਲੋਕ ਬਚ ਨਿਕਲੇ ਆ। ਦੀਪ ਸਿੱਧੂ ਦੇ ਉੱਤੇ ਪਰਚਾ ਕਦੋਂ ਦਰਜ ਕਰੋਗੇ ਤੇ ਹੁਣ ਤੱਕ ਕਿਉਂ ਨਹੀਂ ਦਰਜ ਕੀਤਾ ਗਿਆ? ਜਦੋਂ ਦਿੱਲੀ ਦੇ ਪੁਲਿਸ ਕਮਿਸ਼ਨਰ ਨੂੰ ਪੱਤਰਕਾਰਾਂ ਨੇ ਇਹ ਸਵਾਲ ਕੀਤਾ, ਉਹਨਾਂ ਨੇ ਇਸ ਸਵਾਲ ਨੂੰ ਖਤਮ ਕਰਤਾ। ਉਹਨਾਂ ਨੇ ਉੱਤਰ ਹੀ ਕੋਈ ਨਹੀਂ ਦਿੱਤਾ, ਇੱਕ ਪੈਸੇ ਦਾ ਉੱਤਰ ਉਹਨਾਂ ਨੇ ਇਸ ਮੁਤਲਕ ਨਹੀਂ ਦਿੱਤਾ। ਹੁਣ ਵਾਰ-ਵਾਰ ਇਹ ਗੱਲ ਉੱਠ ਰਹੀ ਹੈ ਕਿ ਸਰਵਣ ਸਿੰਘ ਭੰਦੇਰ ਹੋਰਾਂ ਨੇ, ਪੰਨੂ ਹੋਰਾਂ ਨੇ ਤੇ ਇਧਰ ਦੀਪ ਸਿੱਧੂ ਹੋਰਾਂ ਨੇ ਤੇ ਕੁਝ ਇੱਕ ਹੋਰ ਲੋਕਾਂ ਨੇ ਇਹ ਸਾਰਾ ਕਿਸਾਨ ਅੰਦੋਲਨ ਤਾਰ-ਪੀੜੋ ਕੀਤਾ। ਪਰ ਜੋ ਕੁਝ ਹੋ ਗਿਆ, ਜੋ ਕੁਝ ਬੀਤ ਗਿਆ, ਉਹਦੇ ਬਾਬਤ ਅਸੀਂ ਜਿੰਨੀਆਂ ਮਰਜ਼ੀ ਗੱਲਾਂ ਕਰੀਏ, ਅਸੀਂ ਬੀਤੇ ਤੋਂ ਸਬਕ ਤਾਂ ਸਿੱਖ ਸਕਦੇ ਹਾਂ, ਪਰ ਬੀਤੇ ਨੂੰ ਮੋੜ ਕੇ ਨਹੀਂ ਲਿਆ ਸਕਦੇ। ਅਸੀਂ ਭਵਿੱਖ ਦੇ ਵਿੱਚ ਇਹੋ ਜਿਹੀ ਗਲਤੀ ਨਾ ਕਰੀਏ, ਕਿਉਂਕਿ ਲਗਾਤਾਰ ਕਿਸਾਨ ਆਗੂ ਇਹ ਗੱਲ ਕਹਿ ਰਹੇ ਸੀ ਕਿ ਜਿਸ ਦਿਨ ਅਸੀਂ ਹਿੰਸਕ ਹੋ ਗਏ, ਨਾਲ ਦੀ ਨਾਲ ਸਰਕਾਰ ਜਿੱਤ ਜਾਣੀ ਆ, ਅਸੀਂ ਹਾਰ ਜਾਣਾ। ਪਰ ਅਸੀਂ ਉਦੋਂ ਇਸ ਗੱਲ ਨੂੰ ਸਮਝ ਨਹੀਂ ਸਕੇ। ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਸੀ ਵੀ ਕਿੰਨਾ ਕੁ ਚਿਰ ਬੈਠੇ ਰਵਾਂਗੇ, ਕੋਈ ਨਾ ਕੋਈ ਹੱਲਾ ਗੁੱਲਾ ਕਰਗੇ, ਤੇ ਹੱਲੇ ਗੁੱਲੇ ਦੇ ਨਤੀਜੇ ਹੁਣ ਸਾਡੇ ਸਭ ਦੇ ਸਾਹਮਣੇ ਆ। ਪਤਾ ਨਹੀਂ ਕਿਹਨੂੰ ਭੁਗਤਣੇ ਪੈਣੇ ਆ, ਪਰ ਕਿਸਾਨ ਅੰਦੋਲਨ ਦੇ ਉੱਤੇ ਇਸ ਵਕਤ ਸਵਾਲੀਆ ਨਿਸ਼ਾਨ ਲੱਗ ਗਿਆ ਕਿ ਕੀ ਬਣੂਗਾ। ਗੋਦੀ ਮੀਡੀਆ ਵਾਰ-ਵਾਰ ਇਸ ਵਕਤ ਕਹਿ ਰਿਹਾ, ਉੱਚੀ ਆਵਾਜ਼ ਦੇ ਵਿੱਚ ਚੀਕ-ਚੀਕ ਕੇ ਕਹਿ ਰਿਹਾ कि हम तो पहले ही बताते थे कि ये आतंकवादी हैं, ये तो आए ही दिल्ली में घमसान मचाने के लिए हैं, इन्होंने तो दिल्ली को इसी तरीके से बर्बाद करना था, ये तो लाल किले पर कब्जे के लिए आए थे। ਉਹ ਹੁਣ ਸੱਚੇ ਜਾਪਦੇ ਆ ਕਿਉਂਕਿ ਅਸੀਂ ਉਹਨਾਂ ਦੀਆਂ ਗੱਲਾਂ ਨੂੰ ਸੱਚ ਸਾਬਤ ਕਰ ਦਿਖਾਇਆ। ਤੇ ਜਿਹੜੇ ਲੋਕ ਉਸ ਵਕਤ ਇਹ ਗੱਲ ਕਹਿੰਦੇ ਸੀ ਵੀ ਇਹ ਤਾਂ ਜਾਣਬੁੱਝ ਕੇ ਕਿਹਾ ਜਾ ਰਿਹਾ, ਫਲਾਣਾ ਬੰਦਾ ਅੰਦੋਲਨ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਕਰ ਰਿਹਾ, ਉਹ ਅੱਜ ਸਾਰੇ ਦੇ ਸਾਰੇ ਝੂਠੇ ਪਾ ਦਿੱਤੇ ਗਏ ਆ ਕੁਝ ਕੁ ਲੋਕਾਂ ਦੇ ਵੱਲੋਂ, ਜਿਹੜੇ ਇਹ ਗੱਲ ਕਹਿੰਦੇ ਆ ਵੀ ਆਪਾਂ ਨੂੰ ਇਦਾਂ ਦਾ ਕੁਝ ਕਰਨਾ ਹੀ ਚਾਹੀਦਾ ਸੀ ਤੇ ਦੇਖੋ ਆਪਾਂ ਕਿਵੇਂ ਛਾ ਗਏ ਆ। ਉਹਨਾਂ ਨੂੰ ਬੇਨਤੀ ਇਹ ਆ ਵੀ ਜੇਕਰ ਇੱਦਾਂ ਖੇਤੀ ਕਾਨੂੰਨ ਆ ਜਿਹੜੇ ਉਹ ਵਾਪਸ ਹੋ ਗਏ ਆ ਤਾਂ ਇੱਕ ਵਾਰ ਜਾ ਕੇ ਉੱਥੇ ਫਿਰ ਇੱਦਾਂ ਕਰਿਓ। ਤੁਸੀਂ ਪਰਸੋਂ ਵੀ ਜਾਓ, ਤੁਸੀਂ ਚੌਥੇ ਵੀ ਜਾਓ, ਫਿਰ ਇਹਦਾ ਮਤਲਬ ਇਹ ਆ। ਪਰ ਜੇਕਰ ਨੁਕਸਾਨ ਹੋਇਆ ਤਾਂ ਤੁਸੀਂ ਆਪਦੇ ਆਪ ਨੂੰ ਜਵਾਬ ਦਿਓ ਕਿ ਅਸੀਂ ਕਿੰਨਾ ਵੱਡਾ ਗੁਨਾਹ ਕੀਤਾ, ਕਿਉਂਕਿ ਕਿਸਾਨਾਂ ਨੇ 167 ਦੇ ਕਰੀਬ ਕਿਸਾਨਾਂ ਨੇ ਜਾਨ ਗਵਾਈ ਆ। ਅਸੀਂ ਉਹਨਾਂ 167 ਕਿਸਾਨਾਂ ਦੇ ਵੀ ਦੋਖੀ ਆ, ਉਹਨਾਂ ਦੇ ਪਰਿਵਾਰਾਂ ਦੇ ਵੀ ਕਸੂਰਵਾਰ ਆ ਵੀ ਉਹਨਾਂ ਦੇ ਘਰ ਦੇ ਵਿੱਚ ਸੱਥਰ ਵਿਛ ਗਿਆ ਤੇ ਅਸੀਂ ਐਵੇਂ ਕੁਛ ਨਾ ਕੁਛ ਕਰ ਆਏ ਆ। ਪਤਾ ਨਹੀਂ ਕੌਣ ਵੇਖਿਆ ਤੇ ਕਿਹਨੇ ਖਰੀਦ ਲਿਆ ਤੇ ਕੌਣ ਏਜੰਸੀਆਂ ਦੀ ਖੇਡ ਗਿਆ ਤੇ ਕੌਣ ਜਜ਼ਬਾਤੀ ਰੌਂ ਦੇ ਵਿੱਚ ਵਹਿ ਗਿਆ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਆ ਕਿ ਕਿਸਾਨ ਆਗੂਆਂ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਮਹੱਤਵਪੂਰਨ ਨੁਕਤੇ ਚੁੱਕੇ ਆ, ਉਹਨਾਂ ਨੇ ਅੰਦੋਲਨ ਦੇ ਭਵਿੱਖ ਦੇ ਬਾਰੇ ਕੀ ਗੱਲ ਕਹੀ ਹੈ, ਉਹਨਾਂ ਨੇ ਕਿਹੜੇ ਨਵੇਂ ਐਲਾਨ ਕੀਤੇ ਆ, ਤੇ ਉਸ ਤੋਂ ਬਾਅਦ ਕਰਾਂਗੇ ਟਿੱਪਣੀ। ਗਣਤੰਤਰ ਦਿਵਸ ਦੇ ਮੌਕੇ ਕੱਢੀ ਗਈ ਕਿਸਾਨ ਟਰੈਕਟਰ ਪਰੇਡ ਦੇ ਮੌਕੇ ਹੋਏ ਭਾਰੀ ਹੰਗਾਮੇ ਤੇ ਹਿੰਸਾ ਤੋਂ ਬਾਅਦ ਕਿਸਾਨ ਅੰਦੋਲਨ ਦੇ ਵਿੱਚ ਪਾੜ ਪੈ ਗਈ ਹੈ।
ਰਾਸ਼ਟਰੀ ਕਿਸਾਨ ਮਜ਼ਦੂਰ ਸੰਗਠਨ ਦੇ ਆਗੂ VM ਸਿੰਘ ਨੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਕੈਤ ਦੇ ਉੱਤੇ ਗੰਭੀਰ ਦੋਸ਼ ਲਾਉਂਦਿਆਂ ਆਪਣੇ ਆਪ ਨੂੰ ਤੇ ਆਪਣੀ ਜਥੇਬੰਦੀ ਨੂੰ ਇਸ ਅੰਦੋਲਨ ਤੋਂ ਵੱਖ ਕਰਨ ਦਾ ਫੈਸਲਾ ਕਰ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਆਪਣੀ ਲਹਿਰ ਨੂੰ ਇੱਥੇ ਹੀ ਖਤਮ ਕਰਦੇ ਹਾਂ, ਸਾਡੀ ਜਥੇਬੰਦੀ ਇਸ ਅੰਦੋਲਨ ਤੋਂ ਵੱਖਰੀ ਹੈ। ਇਸ ਦੌਰਾਨ ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ ਲੀਡਰ VM ਸਿੰਘ ਨੇ ਦਿੱਲੀ ਦੀ ਘਟਨਾ ਨੂੰ ਸ਼ਰਮਨਾਕ ਕਿਹਾ। ਆਲ ਇੰਡੀਆ ਕਿਸਾਨ ਸੰਘਰਸ਼ ਕਮੇਟੀ ਦੇ VM ਸਿੰਘ ਨੇ ਕਿਹਾ, ਅਸੀਂ MSP ਲਈ ਆਏ ਹਾਂ, ਹੁੱਲੜਬਾਜ਼ੀ ਵਾਸਤੇ ਨਹੀਂ। ਟਰੈਕਟਰ ਰੈਲੀ ਦੇ ਲਈ ਤੈਅ ਰੂਟ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਜੋ ਵੀ ਹੋਇਆ ਉਹ ਸ਼ਰਮਨਾਕ ਸੀ। ਹੁਣ ਸਾਨੂੰ ਦੇਖਣਾ ਪਏਗਾ ਕਿ ਅਸੀਂ ਉਹਨਾਂ ਨਾਲ ਕਿਵੇਂ ਅੱਗੇ ਵਧਾਂਗੇ ਜੋ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੇ ਨੇ। VM ਸਿੰਘ ਨੇ ਕਿਹਾ ਕਿ ਅੰਦੋਲਨ ਇਸ ਤਰ੍ਹਾਂ ਕੰਮ ਨਹੀਂ ਕਰੇਗਾ। ਅਸੀਂ ਇੱਥੇ ਸ਼ਹੀਦ ਕਰਵਾਉਣ ਜਾਂ ਲੋਕਾਂ ਨੂੰ ਕਟਵਾਉਣ ਵਾਸਤੇ ਨਹੀਂ ਆਏ। ਉਹਨਾਂ ਨੇ ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਕੈਤ ਦੇ ਉੱਤੇ ਇਲਜ਼ਾਮ ਲਾਏ ਨੇ। ਉਹਨਾਂ ਨੇ ਕਿਹਾ ਕਿ ਰਾਕੇਸ਼ ਟਕੈਤ ਸਰਕਾਰ ਨਾਲ ਮੀਟਿੰਗ ਕਰਨ ਗਏ ਸੀ ਕਿ ਉਹਨਾਂ ਨੇ ਯੂਪੀ ਦੇ ਗੰਨਾ ਕਿਸਾਨਾਂ ਦਾ ਮੁੱਦਾ ਇੱਕ ਵਾਰ ਫੇਰ ਚੁੱਕਿਆ ਕਿ ਉਹਨਾਂ ਨੇ ਝੋਨੇ ਬਾਰੇ ਗੱਲ ਕੀਤੀ। ਉਹਨਾਂ ਨੇ ਕਿਸ ਬਾਰੇ ਗੱਲ ਕੀਤੀ? ਅਸੀਂ ਬਸ ਇੱਥੋਂ ਸਮਰਥਨ ਦਿੰਦੇ ਰਹਿੰਦੇ ਹਾਂ ਤੇ ਉੱਥੋਂ ਕੋਈ ਨੇਤਾ ਬਣਨਾ ਜਾਰੀ ਰੱਖਦਾ ਹੈ, ਇਹ ਸਾਡਾ ਕੰਮ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਜਿਹੜੀ ਬਣਦੀ ਹੈ ਕਿ ਕਿਸਾਨ ਸੰਗਠਨ ਹੁਣ 1 ਫਰਵਰੀ ਨੂੰ ਸੰਸਦ ਵੱਲ ਮਾਰਚ ਨਹੀਂ ਕਰੇਗਾ। ਸੰਯੁਕਤ ਕਿਸਾਨ ਮੋਰਚੇ ਨੇ ਇਹ ਜਾਣਕਾਰੀ ਦਿੱਤੀ ਹੈ। ਬਲਵੀਰ ਸਿੰਘ ਰਾਜੇਵਾਲ ਨੇ ਪ੍ਰੈਸ ਕਾਨਫਰੰਸ ਮੌਕੇ ਕਿਹਾ ਕਿ ਕਿਸਾਨ ਪਰੇਡ ਸਰਕਾਰੀ ਸਾਜ਼ਿਸ਼ ਦਾ ਸ਼ਿਕਾਰ ਹੋ ਗਈ। ਸੰਯੁਕਤ ਕਿਸਾਨ ਮੋਰਚਾ ਆਪਣੇ ਆਪ ਨੂੰ ਦਿੱਲੀ ਦੀਆਂ ਹਿੰਸਕ ਘਟਨਾਵਾਂ ਤੋਂ ਦੂਰ ਕਰਦਾ ਰਿਹਾ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਦੀਪ ਸਿੱਧੂ RSS ਦਾ ਏਜੰਟ ਹੈ। ਦੀਪ ਸਿੱਧੂ ਨੇ ਲਾਲ ਕਿਲੇ ਦੇ ਉੱਤੇ ਧਾਰਮਿਕ ਝੰਡਾ ਲਾ ਕੇ ਤਿਰੰਗੇ ਦਾ ਅਪਮਾਨ ਕੀਤਾ ਤੇ ਦੇਸ਼ ਪ੍ਰਤੀ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਰਾਜੇਵਾਲ ਨੇ ਕਿਹਾ ਕਿ ਮੈਂ ਕਿਸਾਨ ਮੋਰਚੇ ਦੇ ਵੱਲੋਂ ਦੇਸ਼ ਤੋਂ ਮਾਫੀ ਮੰਗਦਾ ਹਾਂ। ਕਿਸਾਨ ਪਰੇਡ ਦਾ ਆਯੋਜਨ ਕੀਤਾ ਗਿਆ ਸੀ, ਇਹ ਆਪਣੇ ਆਪ ਦੇ ਵਿੱਚ ਇਤਿਹਾਸਕ ਸੀ। ਅਸੀਂ 26 ਨਵੰਬਰ ਨੂੰ ਬੈਠੇ ਸੀ, ਕੋਈ ਸਮੱਸਿਆ ਇੱਥੇ ਨਹੀਂ ਸੀ। ਕੁਝ ਸੰਸਥਾਵਾਂ ਕਹਿ ਰਹੀਆਂ ਸਨ ਕਿ ਉਹ ਲਾਲ ਕਿਲੇ ਵੱਲ ਜਾਣਗੀਆਂ। ਇਹ ਸਰਕਾਰ ਦੀ ਮਿਲੀ ਭੁਗਤ ਦੇ ਵਿੱਚ ਸੀ। ਦੀਪ ਸਿੱਧੂ ਨੂੰ ਪੂਰੀ ਦੁਨੀਆ ਨੇ ਦੇਖਿਆ, ਉਹ RSS ਦਾ ਬੰਦਾ ਹੈ। ਸਵਰਾਜ ਇੰਡੀਆ ਦੇ ਪ੍ਰਧਾਨ ਯੋਗੇਂਦਰ ਯਾਦਵ ਨੇ ਕਿਹਾ, ਅਸੀਂ ਦੀਪ ਸਿੱਧੂ ਦੇ ਸਮਾਜਿਕ ਬਾਈਕਾਟ ਦੀ ਸਭ ਨੂੰ ਅਪੀਲ ਕਰਦੇ ਹਾਂ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ ਦੀਪ ਸਿੱਧੂ ਹਿੰਸਾ ਵਾਸਤੇ ਜ਼ਿੰਮੇਵਾਰ ਨੇ। ਅਸੀਂ ਸਾਰਿਆਂ ਨੂੰ ਹਿੰਸਾ ਤੋਂ ਜਲਦੀ ਵਾਪਸ ਆਪਣੇ ਘਰ ਆਉਣ ਲਈ ਕਿਹਾ। ਸਾਰਿਆਂ ਨੇ ਦੇਖਿਆ ਕਿ ਦੀਪ ਸਿੱਧੂ ਦੀ ਫੋਟੋ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਦੇ ਨਾਲ ਹੈ। ਸਾਰੀ ਸੱਚਾਈ ਦੇਸ਼ ਦੇ ਸਾਹਮਣੇ ਆ ਜਾਣੀ ਚਾਹੀਦੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਕੈਤ ਨੇ ਕਿਹਾ ਕਿ ਅੰਦੋਲਨ ਜਾਰੀ ਰਹੇਗਾ। ਸਾਰੇ ਲੋਕ ਲੰਗਰ ਤੇ ਭੰਡਾਰੇ ਕਰਦੇ ਰਹਿਣਗੇ। ਨੌਜਵਾਨਾਂ ਨੂੰ ਡਰਨ ਦੀ ਲੋੜ ਨਹੀਂ ਹੈ। ਪੁਲਿਸ ਪ੍ਰਸ਼ਾਸਨ ਘਟਨਾ ਦੇ ਲਈ ਜ਼ਿੰਮੇਵਾਰ ਹੈ। ਕਿਸਾਨ ਆਗੂ ਹਨਨ ਮੁੱਲਾ ਨੇ ਕਿਹਾ ਕਿ ਸਰਕਾਰ ਨੇ ਇੱਕ ਸਾਜ਼ਿਸ਼ ਰਚੀ ਹੈ ਜੋ ਦੁਨੀਆ ਦੇ ਸਾਹਮਣੇ ਆਈ, ਪਰ ਅਸੀਂ ਪੁਲਿਸ ਦੇ ਕੋਲੋਂ ਨਹੀਂ ਡਰਦੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਜਿਸ ਤਰੀਕੇ ਦੇ ਨਾਲ ਹੁਣ ਹਾਲਾਤ ਪੈਦਾ ਹੋਏ ਆ ਉਹਦੇ ਕਰਕੇ ਲੋਕਾਂ ਦੇ ਵਿੱਚ ਨਿਰਾਸ਼ਾ ਪਸਰਨੀ ਕੁਦਰਤੀ ਹੈ। ਹਾਲਾਂਕਿ ਅਸੀਂ ਜਿਹੜੇ ਕਿਸਾਨ ਆ, ਜਿਹੜੇ ਅਸੀਂ ਪੰਜਾਬੀ ਆ, ਇਹ ਪਹਿਲੀ ਵਾਰ ਨਾ ਤਾਂ ਧੱਕੇ ਦਾ ਸ਼ਿਕਾਰ ਹੋਏ ਆ, ਨਾ ਹੀ ਧੋਖੇ ਦਾ ਸ਼ਿਕਾਰ ਹੋਏ ਆ। ਬਹੁਤ ਵਾਰ ਪਹਿਲਾਂ ਵੀ ਧੱਕੇ ਹੋਏ ਆ, ਬਹੁਤ ਵਾਰ ਪਹਿਲਾਂ ਵੀ ਧੋਖੇ ਹੋਏ ਆ। ਅਸੀਂ ਡਿੱਗ ਡਿੱਗ ਕੇ ਸਵਾਰ ਹੋਣ ਵਾਲੇ ਲੋਕਾਂ ਦੇ ਵਿੱਚੋਂ ਆ। ਪਰ ਇਸ ਵਕਤ ਜਦੋਂ ਇੱਕ ਮਾਯੂਸੀ ਪਸਰ ਗਈ ਹੈ, ਹਰ ਇੱਕ ਦੇ ਅੰਦਰ ਇਉਂ ਲੱਗ ਰਿਹਾ ਕਿ ਉਹ ਲੁੱਟਿਆ ਗਿਆ, ਉਹ ਟੁੱਟ ਜੇ ਗਿਆ, ਤਾਂ ਉਸ ਵਕਤ ਊਰਜਾ ਕਿਵੇਂ ਭਰੀ ਜਾਊਗੀ ਇਹ ਹੁਣ ਕਿਸਾਨ ਆਗੂ ਦੱਸਣਗੇ ਜਾਂ ਲੋਕਾਂ ਦੇ ਅੰਦਰ ਆਪੇ ਕੁਦਰਤ ਦੇ ਵੱਲੋਂ ਕੋਈ ਇਹੋ ਜਿਹੀ ਊਰਜਾ ਪੈਦਾ ਹੋਊਗੀ, ਵਕਤ ਦੱਸੂਗਾ। ਪਰ ਇੱਕ ਵਾਰ ਸਾਰੇ ਹਿੱਲ ਕੇ ਰਹਿ ਗਏ ਆ, ਸਾਰਿਆਂ ਨੂੰ ਹਿਲਾ ਦਿੱਤਾ ਇਹ ਸਾਰੇ ਘਟਨਾਕ੍ਰਮ ਨੇ ਵੀ ਮਿੰਟਾਂ ਸਕਿੰਟਾਂ ਦੇ ਵਿੱਚ ਬਾਜ਼ੀ ਕਿਵੇਂ ਪਲਟ ਗਈ ਹੈ। ਕੱਲ੍ਹ ਤੱਕ ਕੇਂਦਰ ਦੀ ਜਿਹੜੀ ਸਰਕਾਰ ਵਾਰ-ਵਾਰ ਮੀਟਿੰਗਾਂ ਦੇ ਲਈ ਕਹਿੰਦੀ ਸੀ, MSP ਦੀ ਗੱਲ ਦੇ ਉੱਤੇ ਆ ਗਈ ਸੀ, ਖੇਤੀ ਕਾਨੂੰਨ ਦੇ ਵਿੱਚ ਸੋਧਾਂ ਦੀਆਂ ਗੱਲਾਂ ਦੀ ਗੱਲ ਕਰਦੀ ਸੀ, ਉਹਦੇ ਵੱਲੋਂ ਲਗਾਤਾਰ ਗੱਲ ਕਹੀ ਜਾਂਦੀ ਸੀ ਕਿ 1.5 ਸਾਲ ਦੇ ਲਈ ਅਸੀਂ ਕਾਨੂੰਨ ਰੱਦ ਕਰ ਦਿੰਦੇ ਆ। ਅੱਜ ਸਰਕਾਰ ਦਾ ਪਲੜਾ ਭਾਰੀ ਹੈ, ਕਿਸਾਨ ਇਸ ਵਕਤ ਥੱਲੇ ਆ। ਪਹਿਲਾਂ ਕਿਸਾਨਾਂ ਦਾ ਪਲੜਾ ਭਾਰੀ ਸੀ, ਸਰਕਾਰ ਦੇ ਉੱਤੇ ਉਹ ਭਾਰੂ ਪੈਂਦੇ ਸੀਗੇ, ਦਬਾਅ ਦੇ ਵਿੱਚ ਸੀ ਸਰਕਾਰ। ਪਰ ਹੁਣ ਕੀ ਬਣੂਗਾ? ਕਿਉਂਕਿ ਜਿਵੇਂ ਹੁਣ ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਕੀਤੇ ਗਏ ਆ, ਮੰਨ ਲਓ ਉਹਨਾਂ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਕਿਸਾਨ ਅੰਦੋਲਨ ਆ ਜਿਹੜਾ ਇਹ ਆਪਣੇ ਆਪ ਦੇ ਵਿੱਚ ਖਤਮ ਹੋਣ ਵਾਲੀ ਗੱਲ ਹੈ। ਜੇ ਇਸ ਤੋਂ ਇਲਾਵਾ ਗੱਲ ਇਹ ਆ ਕਿ ਕੱਲ੍ਹ ਨੂੰ ਪੁਲਿਸ ਦੇ ਵੱਲੋਂ ਕੋਈ ਹੋਰ ਕਾਰਵਾਈ ਕੀਤੀ ਜਾਂਦੀ ਹੈ, ਜਿਵੇਂ ਕਿ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਬਾਰਡਰਾਂ ਦੇ ਉੱਤੇ ਪੁਲਿਸ ਵਧਾ ਦਿੱਤੀ ਗਈ ਹੈ, ਨੀਮ ਸੁਰੱਖਿਆ ਦਲਾਂ ਦੀ ਗਿਣਤੀ ਦੇ ਵਿੱਚ ਵਾਧਾ ਕਰ ਦਿੱਤਾ ਗਿਆ, ਕੰਪਨੀਆਂ ਵਧਾ ਦਿੱਤੀਆਂ ਗਈਆਂ, ਲੋਕਾਂ ਦੇ ਮਨਾਂ ਦੇ ਵਿੱਚ ਇੱਕ ਡਰ ਪੈਦਾ ਹੋ ਰਿਹਾ। ਮੈਨੂੰ ਬਹੁਤ ਸਾਰੇ ਲੋਕਾਂ ਦੇ ਕੱਲ੍ਹ ਫੋਨ ਆਏ ਕਿ ਟਰੈਕਟਰ ਟਰਾਲੀਆਂ ਵਾਪਸ ਜਾ ਰਹੀਆਂ। ਹਾਲਾਂਕਿ ਉਹਦੇ ਵਿੱਚੋਂ ਕਈ ਟਰੈਕਟਰ ਤਾਂ ਉਹ ਆ ਜਿਹੜੇ ਸਿਰਫ ਇੱਕ ਦਿਨ ਦੇ ਲਈ 26 ਤਰੀਕ ਦੇ ਲਈ ਹੀ ਉੱਥੇ ਗਏ ਸੀ, ਪਰ ਕੁਝ ਕੁ ਲੋਕ ਹੋਰ ਵੀ ਵਾਪਸ ਆਏ ਆ। ਉਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਜਿਹਾ ਬੈਠ ਗਿਆ। ਜਦੋਂ 2 ਕਿਸਾਨ ਜਥੇਬੰਦੀਆਂ ਵੀ ਸਾਥ ਛੱਡ ਗਈਆਂ, ਜਦੋਂ ਸਰਕਾਰ ਵੀ ਭਾਰੀ ਪੈ ਰਹੀ ਹੈ, ਜਦੋਂ ਲੋਕਾਂ ਦੇ ਮਨ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਰਹੇ ਆ, ਜਦੋਂ ਦੀਪ ਸਿੱਧੂ ਦੇ ਉੱਤੇ ਪਰਚਾ ਨਹੀਂ ਦਰਜ ਕੀਤਾ ਗਿਆ, ਕਿਸਾਨ ਆਗੂਆਂ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਕਿਸਾਨ ਆਗੂਆਂ ਦੇ ਉੱਤੇ ਪਰਚਾ ਦਰਜ ਕਰਨ ਵੇਲੇ ਗੱਲ ਕਹੀ ਗਈ ਆ ਕਿ ਇਹਨਾਂ ਨੇ NOC ਦੇ ਉੱਤੇ ਦਸਤਖਤ ਕੀਤੇ ਸੀ ਕਿ ਇਹ ਜਿਹੜੀ ਕਿਸਾਨ ਪਰੇਡ ਆ, ਟਰੈਕਟਰ ਪਰੇਡ ਆ, ਇਹ ਬਿਲਕੁਲ ਸਹੀ ਸਲਾਮਤ ਰਹੂਗੀ, ਅਸੀਂ ਜ਼ਿੰਮੇਵਾਰੀ ਲੈਂਦੇ ਆ। ਪਰ ਜਿਹਨੇ ਉੱਥੇ ਖੜ ਕੇ ਨਾਅਰੇ ਲਾਏ ਆ,
ਜਿਹੜੇ ਲਾਲ ਕਿਲੇ ਤੱਕ ਲੋਕਾਂ ਨੂੰ ਲੈ ਕੇ ਗਿਆ ਉਹਨੇ ਉੱਤੇ ਕੋਈ ਕਾਰਵਾਈ ਨਹੀਂ। ਇਸ ਕਰਕੇ ਲਗਾਤਾਰ ਕਿਸਾਨ ਜਥੇਬੰਦੀਆਂ ਨੇ ਲੰਘੇ ਕੱਲ ਸਟੇਜ ਦੇ ਉੱਤੋਂ ਵੀ ਤੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਇਹ ਗੱਲ ਕਹੀ ਹੈ ਕਿ ਉਸ ਬੰਦੇ ਦੇ ਉੱਤੇ ਇੱਕ ਪੈਸੇ ਦਾ ਪਹਿਲਾਂ ਵੀ ਅਸੀਂ ਭਰੋਸਾ ਨਹੀਂ ਕਰਦੇ ਸੀ, ਉਹ ਬੰਦਾ ਸਰਕਾਰੀ ਏਜੰਟ ਹੈ। ਪਰ ਜਿਵੇਂ ਮੈਂ ਮੁੱਢ ਦੇ ਵਿੱਚ ਗੱਲ ਕਹੀ ਹੈ, ਜੋ ਕੁਝ ਹੋਣਾ ਵਾਪਰਨਾ ਸੀ ਉਹ ਹੋ ਚੁੱਕਿਆ, ਉਹ ਹੁਣ ਬਦਲਿਆ ਨਹੀਂ ਜਾ ਸਕਦਾ। ਹੁਣ ਅਸੀਂ ਅੱਗੇ ਕੀ ਕਰਨਾ ਤੇ ਇਸ ਅੰਦੋਲਨ ਦੇ ਵਿੱਚ ਕਿਵੇਂ ਨਵੀਂ ਰੂਹ ਫੂਕਣੀ ਹੈ, ਇਹ ਕਿਸਾਨ ਆਗੂਆਂ ਦੇ ਉੱਤੇ ਬਹੁਤ ਵੱਡੀ ਜ਼ਿੰਮੇਵਾਰੀ ਹੈ। ਸੋ ਵਕਤ ਦੱਸੂਗਾ ਇਹ ਅੰਦੋਲਨ ਕਿਹੜਾ ਮੋੜ ਕੱਟਦਾ, ਪਰ ਜਦ ਤੱਕ ਸਾਹਸ ਤੇ ਤਦ ਤੱਕ ਆਸ। ਸਿਆਣੇ ਇਹ ਗੱਲ ਕਹਿੰਦੇ ਆ, ਨਿਰਾਸ਼ਾ ਦੀ ਥਾਂ ਦੇ ਉੱਤੇ ਊਰਜਾਵਾਨ ਬਣਨਾ ਚਾਹੀਦਾ। ਸਿਆਣੇ ਇਹ ਵੀ ਗੱਲ ਕਹਿੰਦੇ ਤੇ ਬਣਨਾ ਵੀ ਚਾਹੀਦਾ। ਹੁਣ ਜਿਸ ਤਰੀਕੇ ਦੇ ਨਾਲ ਘਟਨਾਕ੍ਰਮ ਵਾਪਰ ਚੁੱਕਿਆ, ਜਿਵੇਂ ਕਿ ਅਸੀਂ ਪਹਿਲੀ ਖਬਰ ਦੇ ਵਿੱਚ ਗੱਲ ਕੀਤੀ ਹੈ, ਇੱਕ ਦੂਜੇ ਦੇ ਉੱਤੇ ਦੋਸ਼ਾਂ ਦਾ ਸਿਲਸਿਲਾ ਜਾਰੀ ਹੈ। ਸਵੇਰ ਦੇ ਵੇਲੇ ਜਦੋਂ ਬਲਵੀਰ ਸਿੰਘ ਰਾਜੇਵਾਲ ਹੋਰਾਂ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਇਸ ਕਿਸਾਨ ਅੰਦੋਲਨ ਦੇ 3 ਗੱਦਾਰ ਆ, ਉਹਦੇ ਵਿੱਚ ਦੀਪ ਸਿੱਧੂ ਆ, ਉਹਦੇ ਵਿੱਚ ਪੰਨੂ ਆ ਤੇ ਉਹਦੇ ਵਿੱਚ ਸਰਵਣ ਪੰਧੇਰ ਆ, ਤੇ ਨਾਲ ਹੀ ਉਹਨਾਂ ਨੇ ਇਹ ਗੱਲ ਕਹੀ ਕਿ ਪੰਧੇਰ ਹੋਰਾਂ ਨੂੰ ਅਸੀਂ ਬਹੁਤ ਵਾਰ ਗੱਲ ਕਹੀ ਸੀ ਕਿ ਆਪਾਂ ਕੋਈ ਬੈਰੀਕੇਡ ਨਹੀਂ ਤੋੜਨਾ, ਆਪਾਂ ਸਹੀ ਤਰੀਕੇ ਦੇ ਨਾਲ ਜਾਣਾ ਹੈਗਾ, ਆਪਾਂ ਕਿਸੇ ਕਿਸਮ ਦਾ ਕੋਈ ਖਰੂਦ ਨਹੀਂ ਮਚਾਉਣਾਗਾ, ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ। ਪਰ ਉਹਨਾਂ ਨੇ ਇਸ ਗੱਲ ਦੇ ਉੱਤੇ ਅਮਲ ਨਹੀਂ ਕੀਤਾ। ਉਹਨਾਂ ਨੇ ਇਹ ਗੱਲ ਕਹੀ ਆ ਕਿ ਇਸ ਅੰਦੋਲਨ ਦੇ ਵਿੱਚ ਜੋ ਕੁਝ ਹੋ ਗਿਆ ਇਹਦੇ ਬਾਬਤ ਅਸੀਂ ਕਦੇ ਕਿਆਸ ਨਹੀਂ ਸੀ ਕੀਤਾ। ਪਰ ਇੱਕ ਪਾਸੇ ਇੱਧਰਲੀ ਸਟੇਜ ਦੇ ਉੱਤੇ ਤੇ ਪੰਧੇਰ ਹੋਰਾਂ ਦੇ ਬਾਬਤ ਗੱਲਾਂ ਉੱਠ ਰਹੀਆਂ ਸੀ, ਦੂਜੇ ਪਾਸੇ ਸਵਾਲ ਉੱਠ ਰਹੇ ਸੀਗੇ ਪੰਧੇਰ ਹੋਰਾਂ ਦੀ ਸਟੇਜ ਤੋਂ। ਉਹ ਇਹ ਗੱਲ ਕਹਿ ਰਹੇ ਸੀ ਕਿ ਦੀਪ ਸਿੱਧੂ ਆ ਜਿਹੜਾ ਉਹ ਵੱਖਰੀ ਗੱਲ ਹੈ, ਉਹਦਾ ਸਾਡੇ ਨਾਲ ਕੋਈ ਸੰਬੰਧ ਨਹੀਂਗਾ, ਪਰ ਅਸੀਂ ਲੋਕਾਂ ਨੂੰ ਲਾਲ ਕਿਲੇ ਦੇ ਵੱਲ ਜਾਣ ਵਾਸਤੇ ਨਹੀਂ ਸੀ ਕਿਹਾ। ਅਸੀਂ ਇਹ ਤਾਂ ਗੱਲ ਕਹੀ ਸੀ ਕਿ ਰਿੰਗ ਰੋਡ ਦੇ ਵੱਲ ਚੱਲਦੇ ਹਾਂ, ਅਸੀਂ ਇਹ ਗੱਲ ਕਹੀ ਸੀ ਕਿ ਬੈਰੀਕੇਡ ਤੋੜਾਂਗੇ, ਪਰ ਇਹਦਾ ਮਤਲਬ ਇਹ ਨਹੀਂ ਸੀਗਾ ਕਿ ਅਸੀਂ ਲਾਲ ਕਿਲੇ ਦੇ ਵੱਲ ਜਾਣਾ। ਇਹ ਤਾਂ ਮਾਹੌਲ ਨੂੰ ਭੜਕਾਇਆ ਗਿਆ, ਇਹ ਤਾਂ ਸਾਜ਼ਿਸ਼ ਰਚੀ ਗਈ ਹੈ। ਹੁਣ ਦੋਵਾਂ ਧਿਰਾਂ ਦੇ ਵਿੱਚੋਂ ਅਸੀਂ ਕਿਹਦੀ ਮੰਨੀਏ ਤੇ ਕਿਹਦੀ ਨਾ ਮੰਨੀਏ, ਪਰ ਲੋਕ ਆ ਜਿਹੜੇ ਉਹ ਇਹ ਕਹਿ ਰਹੇ ਆ ਕਿ ਸਰਵਣ ਸਿੰਘ ਪੰਧੇਰ ਹੋਰਾਂ ਨੂੰ ਬੈਰੀਕੇਡ ਤੋੜਨ ਵਾਲੀ ਗੱਲ ਵੀ ਨਹੀਂ ਕਰਨੀ ਚਾਹੀਦੀ ਸੀ। ਜਦੋਂ 32 ਕਿਸਾਨ ਜਥੇਬੰਦੀਆਂ ਇਕਜੁੱਟ ਆ, ਉਹ ਇਹ ਗੱਲ ਕਹਿ ਰਹੀਆਂ 100 ਕਿਸਮ ਦੇ ਵਿਚਾਰਧਾਰਕ ਮਤਭੇਦ ਹੋਣ, ਪਰ ਜਦੋਂ ਉਹ ਇਹ ਗੱਲ ਕਹਿ ਰਹੀਆਂ ਕਿ ਆਪਾਂ ਸ਼ਾਂਤੀ ਬਣਾ ਕੇ ਰੱਖਣੀ ਆ, ਤਾਂ ਆਪਾਂ ਕੌਣ ਹੁੰਨੇ ਆ ਇਹ ਗੱਲ ਕਹਿਣ ਵਾਲੇ ਕਿ ਬੈਰੀਕੇਡ ਤੋੜਾਂਗੇ, ਅਸੀਂ ਤਾਂ ਇਧਰਲੇ ਪਾਸੇ ਨਹੀਂ ਜਾਵਾਂਗੇ। ਅਸਲ ਦੇ ਵਿੱਚ ਭੀੜ ਆ ਜਿਹੜੀ ਉਸ ਵਕਤ ਨੌਜਵਾਨ ਆ ਜਿਹੜੇ ਉਹ ਬੇਕਾਬੂ ਹੋ ਗਏ, ਉਹ ਕਿਸੇ ਦੇ ਕਾਬੂ ਦੇ ਵਿੱਚ ਨਹੀਂ ਰਹੇ। ਤੇ ਹੁਣ ਜਦੋਂ ਮਾਹੌਲ ਵਿਗੜ ਗਿਆ ਉਦੋਂ ਕੋਈ ਵੀ ਇਸ ਗੱਲ ਦੀ ਜ਼ਿੰਮੇਵਾਰੀ ਲੈਣ ਨੂੰ ਤਿਆਰ ਨਹੀਂ। ਸਾਰੇ ਇਹ ਗੱਲ ਕਹਿ ਰਹੇ ਜੀ ਕਿ ਸਾਡਾ ਕਸੂਰ ਕੋਈ ਨਹੀਂਗਾ, ਅਸੀਂ ਤਾਂ ਬੇਕਸੂਰ ਆ, ਸਾਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੀਪ ਸਿੱਧੂ ਦੇ ਵੱਲੋਂ ਫੇਸਬੁੱਕ ਤੋਂ ਲਾਈਵ ਹੋ ਕੇ ਆਪਣੀ ਸਫਾਈ ਪੇਸ਼ ਕੀਤੀ ਜਾ ਰਹੀ ਹੈ। ਉਹ ਇਹ ਗੱਲ ਕਹਿ ਰਿਹਾ ਜੀ ਕਿ ਵਹਿਣ ਦੇ ਵਿੱਚ ਵਹਿ ਜਾਂਦੇ ਹੁੰਦੇ ਲੋਕ, ਜਦੋਂ ਕੋਈ ਸੰਘਰਸ਼ ਲੰਮਾ ਚੱਲਦਾ ਉਦੋਂ ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ। ਤੇ ਦੀਪ ਸਿੱਧੂ ਇਹ ਵੀ ਗੱਲ ਕਹਿ ਰਿਹਾ ਕਿ ਜੀ ਅਸੀਂ ਕੋਈ ਝੰਡਾ ਲਾਇਆ ਨਹੀਂ, ਅਸੀਂ ਤਿਰੰਗੇ ਦਾ ਕੋਈ ਅਪਮਾਨ ਨਹੀਂ ਕੀਤਾਗਾ, ਅਸੀਂ ਤਾਂ ਆਪਣਾ ਇੱਕ ਝੰਡਾ ਲਹਿਰਾਇਆ, ਅਸੀਂ ਨਾਲ ਕਿਸਾਨੀ ਦਾ ਝੰਡਾ ਵੀ ਲਹਿਰਾਇਆ, ਤੇ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ, ਇਹ ਡਾਈਵਰਸਿਟੀ ਦੀ ਗੱਲ ਹੈ। ਉਹ ਆਪਣੇ ਆਪ ਨੂੰ ਹਾਲੇ ਵੀ ਸਹੀ ਠਹਿਰਾ ਰਿਹਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਤੇ ਬਾਅਦ ਵਿੱਚ ਕਰਾਂਗੇ ਟਿੱਪਣੀ। 26 ਜਨਵਰੀ ਦੇ ਮੌਕੇ ਹੋਏ ਹਿੰਸਕ ਵਰਤਾਰੇ ਤੋਂ ਬਾਅਦ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਸ਼ਬਦਕ ਵਾਰ ਜਾਰੀ ਨੇ, ਜਿੱਥੇ ਇੱਕ ਪਾਸੇ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਸਰਕਾਰ ਦੇ ਵੱਲੋਂ ਸਾਜ਼ਿਸ਼ ਦੇ ਤਹਿਤ ਕੁਝ ਲੋਕਾਂ ਨੂੰ ਖਰੀਦ ਕੇ ਇਹ ਸਾਰਾ ਕੁਝ ਕੀਤਾ ਗਿਆ। ਉੱਥੇ ਦੂਜੇ ਪਾਸੇ ਦੀਪ ਸਿੱਧੂ ਤੇ ਉਹ ਲੋਕ ਜਿਨ੍ਹਾਂ ਦੇ ਉੱਤੇ ਦੋਸ਼ ਲੱਗ ਰਹੇ ਨੇ, ਉਹ ਵੀ ਆਪਣੇ ਆਪ ਨੂੰ ਪਾਕ ਸਾਫ਼ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ। ਇਸ ਮੌਕੇ ਤੇ ਬਲਵੀਰ ਸਿੰਘ ਰਾਜੇਵਾਲ ਹੋਰਾਂ ਦਾ ਇਹ ਵੀ ਕਹਿਣਾ ਕਿ ਅਸਲ ਦੇ ਵਿੱਚ ਕੁਝ ਲੋਕ ਵਿਕ ਗਏ, ਸਰਕਾਰ ਨੇ ਉਹ ਖਰੀਦ ਲਏ, ਜਿਹਦੇ ਕਰਕੇ ਉਹਨਾਂ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ। ਤੇ ਵਿਕੇ ਹੋਏ ਲੋਕਾਂ ਨੇ ਇਸ ਕਿਸਾਨ ਅੰਦੋਲਨ ਨੂੰ ਐਸਾ ਤਾਰ-ਪੀੜੋ ਕੀਤਾ ਕਿ ਹੁਣ ਲੋਕਾਂ ਦੇ ਮਨਾਂ ਵਿੱਚ 100 ਕਿਸਮ ਦੇ ਸਵਾਲ ਤੇ ਸ਼ੰਕੇ ਉੱਭਰ ਆਏ ਨੇ। ਇੱਥੇ ਵੀ ਦੱਸਣਾ ਬਣਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਵੀ ਅੱਜ ਲੋਕਾਂ ਦੇ ਵੱਲੋਂ ਕਿਸਾਨ ਅੰਦੋਲਨ ਦੇ ਵਿੱਚ ਹੋਈ ਹਿੰਸਾ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਤੇ ਉਹਨਾਂ ਨੇ ਮੰਗ ਕੀਤੀ ਕਿ ਦੀਪ ਸਿੱਧੂ ਦੇ ਖਿਲਾਫ ਪੁਲਿਸ ਦੇ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇ। ਦੀਪ ਸਿੱਧੂ ਦੀ ਗ੍ਰਿਫਤਾਰੀ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਦੀਪ ਸਿੱਧੂ ਆਪਣੇ ਆਪ ਨੂੰ ਇਹ ਗੱਲ ਦੱਸ ਰਿਹਾ ਕਿ ਉਹਦਾ ਕਸੂਰ ਕੋਈ ਨਹੀਂ, ਉਹਨੂੰ ਸਿਰਫ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਵੱਖ-ਵੱਖ ਟੀਵੀ ਚੈਨਲਾਂ ਦੇ ਉੱਤੇ, ਖਾਸ ਕਰਕੇ ਨੈਸ਼ਨਲ ਮੀਡੀਆ ਦੇ ਉੱਤੇ ਅੱਜ ਦੀਪ ਸਿੱਧੂ ਦਾ ਵਾਰ-ਵਾਰ ਜ਼ਿਕਰ ਹੋ ਰਿਹਾ ਕਿ ਉਹਦੇ ਵੱਲੋਂ ਇਹ ਸਭ ਕੁਝ ਕਿਉਂ ਕੀਤਾ ਗਿਆ, ਉਹਦੇ ਵੱਲੋਂ ਕਿਸਾਨਾਂ ਨੂੰ ਕਿਉਂ ਗੁੰਮਰਾਹ ਕੀਤਾ ਗਿਆ। ਜਦ ਕਿ ਦੀਪ ਸਿੱਧੂ ਦਾ ਕਹਿਣਾ ਇਹ ਹੈ ਕਿ 1 ਲੱਖ ਬੰਦੇ ਨੂੰ ਕੋਈ ਇੱਕ ਬੰਦਾ ਗੁੰਮਰਾਹ ਨਹੀਂ ਕਰ ਸਕਦਾ, ਇਹ ਇੱਕ ਵਹਿਣ ਸੀ ਤੇ ਸੰਘਰਸ਼ਾਂ ਦੇ ਵਿੱਚ ਇਸ ਤਰੀਕੇ ਦੇ ਵਹਿਣ ਹੋ ਜਾਂਦੇ ਆ, ਜਿਵੇਂ ਕਿ ਮੈਂ ਵੀ ਵਹਿਣ ਦੇ ਵਿੱਚ ਵਹਿ ਤੁਰਿਆ ਤੇ ਬਾਕੀ ਵੀ ਕਿਸਾਨ ਵਹਿ ਤੁਰੇ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਵਹਿਣ ਦੇ ਵਿੱਚ ਕੌਣ ਵਹਿ ਤੁਰਿਆ ਤੇ ਕੌਣ ਨਹੀਂ ਵਹਿ ਤੁਰਿਆ, ਇਹ ਸਾਰਿਆਂ ਨੇ ਆਪਣੇ ਅੱਖੀਂ ਦੇਖ ਲਿਆ। ਜੋ ਕੁਝ ਹੁਣ ਤੱਕ ਹੋਇਆ ਵਾਪਰਿਆ ਉਹਦੇ ਬਾਬਤ ਜੇ ਅਸੀਂ ਕੁਝ ਨਾ ਵੀ ਕਹੀਏ, ਤੁਹਾਨੂੰ ਸਭ ਨੂੰ ਸਾਰਾ ਕੁਝ ਪਤਾ ਹੀ ਹੈ। ਪਰ ਗੱਲ ਇਹ ਹੈ ਕਿ ਦੀਪ ਸਿੱਧੂ ਹੁਣ ਕਿੱਥੇ ਆ। ਗੱਲ ਇਹ ਹੈ ਕਿ ਜੇਕਰ 25 ਤਰੀਕ ਨੂੰ ਕੋਈ ਇੱਦਾਂ ਹੀ ਝੰਡਾ ਲਹਿਰਾਉਣ ਦੇ ਲਈ ਜਾਂਦਾ ਜਾਂ ਕੋਈ 27 ਤਰੀਕ ਨੂੰ ਜਾਂਦਾ
ਜਾਂ ਕੋਈ 28 ਨੂੰ ਜਾਂਦਾ, ਕੋਈ 22 ਨੂੰ ਜਾਂਦਾ, ਇੱਦਾਂ ਉਹਨੂੰ ਆਗਿਆ ਮਿਲ ਜਾਣੀ ਸੀ। ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਦਿੱਲੀ ਦੀ ਪੁਲਿਸ ਕੱਛਾਂ ਦੇ ਵਿੱਚ ਹੱਥ ਲੈ ਕੇ ਇੱਕ ਪਾਸੇ ਖੜੀ ਰਹੀ ਤੇ ਜਿਨ੍ਹਾਂ ਨੇ ਇਹ ਝੰਡਾ ਲਹਿਰਾਉਣਾ ਸੀ, ਜਿਨ੍ਹਾਂ ਨੇ ਜੋ ਉੱਥੇ ਪ੍ਰਦਰਸ਼ਨ ਕਰਨਾ ਸੀ, ਹਿੰਸਾਤਮਕ ਕਾਰਵਾਈ ਕਰਨੀ ਸੀ, ਉਹ ਆਪਣੇ ਮਨ ਚਾਹੇ ਤਰੀਕੇ ਦੇ ਨਾਲ ਕਰਦੇ ਰਹੇ। ਉਦੋਂ ਪੁਲਿਸ ਦੇ ਵੱਲੋਂ ਢੁਕਵੀਂ ਕਾਰਵਾਈ ਕਿਹੜੀ ਗੱਲੋਂ ਨਹੀਂ ਕੀਤੀ ਗਈ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਦਿੱਲੀ ਦੀ ਪੁਲਿਸ ਦੀਪ ਸਿੱਧੂ ਦੇ ਮਾਮਲੇ ਦੇ ਉੱਤੇ ਚੁੱਪ ਵੱਟ ਜਾਂਦੀ ਹੈ? ਉਹ ਕਿਹੜੇ ਕਾਰਨ ਆ ਜਿਹਦੇ ਕਰਕੇ ਇਸ ਵਕਤ ਵੱਖ-ਵੱਖ ਲੋਕਾਂ ਦੇ ਉੱਤੇ ਵਿਕਣ ਦੇ ਇਲਜ਼ਾਮ ਲੱਗ ਰਹੇ ਆ? ਬੜੀ ਸਾਫ਼ ਤੇ ਸਪਸ਼ਟ ਗੱਲ ਇਸ ਵਕਤ ਸੋਸ਼ਲ ਮੀਡੀਆ ਦੇ ਉੱਤੇ ਚੱਲ ਰਹੀ ਹੈ ਕਿ ਫਲਾਣੇ ਲੋਕ ਵੱਖ-ਵੱਖ ਲੋਕਾਂ ਦੇ ਹੱਥਾਂ ਦੇ ਵਿੱਚ ਵਿਕ ਗਏ ਆ। ਫਿਰ ਉੱਥੇ ਆ ਕੇ ਸਵਾਲ ਖੜਾ ਹੁੰਦਾ, ਫਿਰ ਇੱਥੇ ਜਾ ਕੇ ਗੱਲ ਮੁੱਕਦੀ ਹੈ ਕਿ ਜੋ ਕੁਝ 26 ਤਰੀਕ ਨੂੰ ਹੋਇਆ ਉਹਦੇ ਨਾਲ ਕਿਸਾਨ ਅੰਦੋਲਨ ਦਾ ਲਾਭ ਕਿੰਨਾ ਕੁ ਹੋਇਆ ਤੇ ਨੁਕਸਾਨ ਕਿੰਨਾ ਕੁ ਹੋਇਆ। ਮੈਂ ਅਕਸਰ ਇਹ ਗੱਲ ਕਹਿਣਾ ਵੀ ਜੇ ਤਾਂ ਹੋਇਆ ਲਾਭ ਤਾਂ ਇੱਕ ਵਾਰ ਫਿਰ ਜਾ ਆਉਣਾ ਚਾਹੀਦਾ, ਤੇ ਜੇ ਹੋਇਆ ਨੁਕਸਾਨ ਤਾਂ ਇਹਦੀ ਭਰਪਾਈ ਕੌਣ ਕਰੂਗਾ? ਕਿਉਂਕਿ ਇਹ ਮੰਨਿਆ ਜਾ ਰਿਹਾ ਸੀ ਕਿ ਇਸ ਦੇਸ਼ ਦਾ ਇਹੋ ਜਿਹਾ ਇੰਨਾ ਸ਼ਾਂਤਮਈ ਤੇ ਵੱਡਾ ਤੇ ਸਾਂਝੇ ਤੌਰ ਦੇ ਉੱਤੇ ਆਖਰੀ ਅੰਦੋਲਨ ਆ ਆਜ਼ਾਦੀ ਤੋਂ ਬਾਅਦ, ਭਵਿੱਖ ਦੇ ਵਿੱਚ ਸ਼ਾਇਦ ਕੋਈ ਇਹੋ ਜਿਹਾ ਅੰਦੋਲਨ ਖੜਾ ਹੀ ਨਾ ਹੋਵੇ। ਹੁਣ ਜਿਹੜੇ ਵੀ ਲੋਕ ਵਿਕੇ ਆ ਜਾਂ ਜਿਹੜੇ ਲੋਕਾਂ ਦੇ ਕੋਈ ਹੋਰ ਮਨਸੂਬੇ ਹੋਣਗੇ ਜਿਹੜੇ ਕਿ ਕਾਮਯਾਬ ਹੋ ਗਏ ਆ, ਉਹਨਾਂ ਨੂੰ ਤਾਂ ਪਤਾ ਨਹੀਂ ਇਹਦੇ ਵਿੱਚੋਂ ਕੀ ਮਿਲ ਜਾਣਾ, ਕੀ ਉਹਨਾਂ ਨੇ ਖੱਟ ਲੈਣਾ, ਪਰ ਨੁਕਸਾਨ ਕਿਹਦਾ ਹੋਇਆ? ਆਮ ਲੋਕਾਂ ਦਾ ਹੋਇਆ। ਨੁਕਸਾਨ ਉਹਨਾਂ ਲੋਕਾਂ ਦਾ ਹੋਇਆ ਜਿਨ੍ਹਾਂ ਨੇ ਆਪਣਾ ਦਸਵੰਧ ਕਿਸੇ ਨੇ ਬੂਟਾਂ ਵਾਸਤੇ ਭੇਜਿਆ, ਕਿਸੇ ਨੇ ਰੋਟੀ ਵਾਸਤੇ ਭੇਜਿਆ, ਕਿਸੇ ਨੇ ਜੁਰਾਬਾਂ ਵਾਸਤੇ ਭੇਜਿਆ, ਕਿਸੇ ਨੇ ਇੱਥੇ ਹੋਰ ਕੋਈ ਰੋਜ਼ਮਰਾ ਦੀ ਵਰਤੋਂ ਦੀਆਂ ਚੀਜ਼ਾਂ ਵਾਸਤੇ ਭੇਜਿਆ। ਉਹਨਾਂ ਦੇ ਮਨਾਂ ਦੇ ਉੱਤੇ ਇੱਕ ਸੱਟ ਵੱਜੀ ਹੈ। ਸੋ ਗੱਲ ਇਹ ਨਹੀਂ ਵੀ ਅਸੀਂ ਕਿਸੇ ਇੱਕ ਨੂੰ ਬਦਨਾਮ ਕਰੀਏ, ਗੱਲ ਇਹ ਹੈ ਕਿ ਜੋ ਕੰਨ ਦੇ ਉੱਤੇ ਲਿਖਿਆ ਹੋਇਆ ਉਹਨੂੰ ਹੁਣ ਅਸੀਂ ਪੜ੍ਹੀਏ। ਗੱਲ ਇਹ ਹੈ ਕਿ ਜੇਕਰ ਅਸੀਂ ਅੰਦੋਲਨ ਨੂੰ ਅੱਗੇ ਵਧਾਉਣਾ ਤਾਂ ਇਕਜੁੱਟ ਹੋਈਏ। ਜੋ ਕੁਝ ਬੀਤੇ ਵੇਲੇ ਦੇ ਵਿੱਚ ਹੋ ਗਿਆ, ਹੁਣ ਇਉਂ ਲੱਗਦਾ ਵੀ ਜਿਸ ਤਰੀਕੇ ਨਾਲ ਕਿਸਾਨ ਜਥੇਬੰਦੀਆਂ ਇੱਕ ਦੂਜੇ ਦੇ ਖਿਲਾਫ ਬੋਲ ਰਹੀਆਂ, ਕਿਤੇ ਇੱਥੇ ਕੋਈ ਗੁੱਥਮ ਗੁੱਥਾ ਹੋਣ ਵਾਲੀ ਗੱਲ ਨਾ ਹੋ ਜੇ। ਕਿਉਂਕਿ ਇੱਕ ਜਥੇਬੰਦੀ ਦੇ ਵੱਲੋਂ ਕਿਹਾ ਜਾ ਰਿਹਾ ਦੂਜੀ ਗਲਤ ਹੈ, ਦੂਜੀ ਕਹਿੰਦੀ ਹੈ ਫਲਾਣੀ ਗਲਤ ਹੈ। ਇੱਦਾਂ ਵੀ ਨੁਕਸਾਨ ਹੋ ਰਿਹਾ। ਜਿਹੜੇ ਵੀ ਇਸ ਵਕਤ ਅੰਦੋਲਨ ਦੇ ਵੈਰੀ ਆ ਉਹ ਸਵਾਦ ਲੈ ਰਹੇ ਆ, ਉਹ ਮਜ਼ੇ ਲੁੱਟ ਰਹੇ ਆ ਵੀ ਦੇਖੋ ਆਪਸ ਦੇ ਵਿੱਚ ਭਿੜਾਉਣੇ ਸੀ, ਇਹ ਭਿੜ ਪਏ ਆ। ਇਸ ਵਕਤ ਲੋੜ ਹੈਗੀ ਆ ਸਾਂਝੇ ਤੌਰ ਦੇ ਉੱਤੇ ਹਮਲਾ ਮਾਰਨ ਦੀ ਤੇ ਕੁਝ ਨਾ ਕੁਝ ਕਰਕੇ ਦਿਖਾਉਣ ਦੀ। ਰਾਜਨੀਤਿਕ ਲੋਕ ਜੋ ਕੁਝ ਕਰਦੇ ਹੁੰਦੇ ਆ ਆਮ ਤੌਰ ਦੇ ਉੱਤੇ ਉਹੀ ਕੁਝ ਹੁਣ ਸ਼ੁਰੂ ਹੋ ਗਿਆ। ਅਮਿਤ ਸ਼ਾਹ ਹੋਰਾਂ ਦੇ ਇਸ਼ਾਰੇ ਦੇ ਉੱਤੇ ਇਹ ਸਾਰਾ ਕੁਝ ਹੋਇਆ। ਕਿਸਾਨ ਆਗੂਆਂ ਦੇ ਉੱਤੇ ਪਰਚੇ ਦਰਜ ਹੋਏ ਆ। ਕਾਂਗਰਸ ਨੇ ਇਹ ਗੱਲ ਕਹਿਣੀ ਸ਼ੁਰੂ ਕੀਤੀ ਹੈ। ਅਮਿਤ ਸ਼ਾਹ ਕਿਉਂਕਿ ਭਾਰਤ ਦੇ ਗ੍ਰਹਿ ਵਿਭਾਗ ਦੇ ਮੰਤਰੀ ਆ, ਕਾਂਗਰਸ ਦੇ ਵੱਲੋਂ ਇਹ ਵੀ ਸਵਾਲ ਚੁੱਕਿਆ ਗਿਆ ਵੀ ਹੁਣ ਜਦੋਂ ਲਾਲ ਕਿਲ੍ਹੇ ਦੀ ਸੁਰੱਖਿਆ ਨਹੀਂ ਹੋਈ ਤਾਂ ਗ੍ਰਹਿ ਮੰਤਰੀ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਂਗਰਸ ਦੇ ਵੱਲੋਂ ਤਾਂ ਹਮੇਸ਼ਾ ਕਿਸਾਨ ਪੱਖੀ ਗੱਲ ਕੀਤੀ ਗਈ ਹੈ ਤੇ ਬੀਜੇਪੀ ਦੇ ਵੱਲੋਂ ਹਮੇਸ਼ਾ ਵੰਡਣ ਦੀ ਗੱਲ ਕੀਤੀ ਗਈ ਹੈ। ਹਾਲਾਂਕਿ ਅਸੀਂ ਰਾਜਨੀਤਿਕ ਲੋਕਾਂ ਦੇ ਬਿਆਨਾਂ ਦੇ ਉੱਤੇ ਬਹੁਤਾ ਅਮਲ ਨਹੀਂ ਕਰਦੇ ਕਿਉਂਕਿ ਇਹਨਾਂ ਨੇ ਤਾਂ ਕਿਸੇ ਨਾ ਕਿਸੇ ਬਾਰੇ ਕੁਝ ਨਾ ਕੁਝ ਕਹਿਣਾ ਹੀ ਹੁੰਦਾ। ਪਰ ਜੋ ਮੁੱਦਾ, ਜਿਹੜੇ ਮੁੱਦੇ ਦੇ ਆਧਾਰ ਦੇ ਉੱਤੇ ਰਾਜਨੀਤੀ ਹੋ ਰਹੀ ਹੈ, ਇਹ ਕਈ ਵਾਰੀ ਚੀਜ਼ ਪੈਦਾ ਕਰਦੀ ਹੈ ਵੀ ਇਹ ਕੀ ਕੁਝ ਹੋ ਰਿਹਾ ਤੇ ਕਿਹੜੇ ਪਾਸੇ ਨੂੰ ਅਸੀਂ ਗੱਲ ਲੈ ਕੇ ਜਾ ਰਹੇ ਹਾਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ, ਬਾਅਦ ਵਿੱਚ ਕਰਾਂਗੇ ਟਿੱਪਣੀ। ਕਾਂਗਰਸ ਦੇ ਆਗੂ ਰਣਦੀਪ ਸਿੰਘ ਸੂਰਜੇਵਾਲਾ ਨੇ ਇਹ ਗੱਲ ਕਹੀ ਹੈ ਕਿ ਦਿੱਲੀ ਦੇ ਵਿੱਚ ਹਿੰਸਾ ਦੇ ਲਈ ਅਮਿਤ ਸ਼ਾਹ ਜ਼ਿੰਮੇਵਾਰ ਨੇ। ਕਾਂਗਰਸ ਨੇ ਅਮਿਤ ਸ਼ਾਹ ਦਾ ਅਸਤੀਫਾ ਮੰਗਿਆ ਤੇ ਇਹ ਵੀ ਗੱਲ ਕਹੀ ਹੈ ਕਿ ਬੀਜੇਪੀ ਦੇ ਵੱਲੋਂ ਲੋਕਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਬੀਜੇਪੀ ਦੇ ਵੱਲੋਂ ਵਾਰ-ਵਾਰ ਇਹ ਗੱਲ ਕਹੀ ਜਾ ਰਹੀ ਹੈ ਕਿ ਫਲਾਣੇ ਲੋਕ ਟੁਕੜੇ ਗੈਂਗ ਦੇ ਮੈਂਬਰ ਹਨ, ਫਲਾਣੇ ਲੋਕ ਗਲਤ ਹਨ, ਫਲਾਣੇ ਲੋਕਾਂ ਨੇ ਆਹ ਕੁਝ ਕੀਤਾ, ਜਦ ਕਿ ਬੀਜੇਪੀ ਦੇ ਵੱਲੋਂ ਸਾਰਾ ਕੁਝ ਖੁਦ ਕਰਵਾਇਆ ਜਾ ਰਿਹਾ। ਰਣਦੀਪ ਸਿੰਘ ਸੂਰਜੇਵਾਲਾ ਨੇ ਕਿਹਾ ਕਿ ਜਿਸ ਤਰੀਕੇ ਦਾ 26 ਤਰੀਕ ਨੂੰ ਵਰਤਾਰਾ ਦੇਖਿਆ, ਉਸ ਵਰਤਾਰੇ ਦੇ ਵਿੱਚ ਸਾਫ਼ ਤੇ ਸਪਸ਼ਟ ਗੱਲ ਨਜ਼ਰ ਆ ਰਹੀ ਸੀ ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਸਾਜ਼ਿਸ਼ ਰਚੀ ਗਈ ਹੈ ਤੇ ਇਸ ਸਾਜ਼ਿਸ਼ ਦੇ ਵਿੱਚ ਕਿਸਾਨ ਆਗੂ ਫਸ ਗਏ ਤੇ ਹੁਣ ਕਿਸਾਨ ਅੰਦੋਲਨ ਦੀ ਬਦਨਾਮੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਟੀਵੀ ਚੈਨਲਾਂ ਦੇ ਵੱਲੋਂ ਵੀ ਨਕਾਰਾਤਮਕ ਭੂਮਿਕਾ ਨਿਭਾਈ ਜਾ ਰਹੀ ਹੈ, ਇਹ ਵੀ ਨਾ ਬਰਦਾਸ਼ਤਯੋਗ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰਦੇ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਰਾਜਨੀਤਿਕ ਲੋਕਾਂ ਨੂੰ ਕਿਸਾਨ ਆਗੂਆਂ ਨੇ ਥੜੀ ਦੇ ਉੱਤੇ ਨਹੀਂ ਚੜ੍ਹਨ ਦਿੱਤਾ ਤੇ ਇਸ ਵਕਤ ਇਹ ਅੰਦੋਲਨ ਰਾਜਨੀਤਿਕ ਲੋਕਾਂ ਦੇ ਪਾਲੇ ਦੇ ਵਿੱਚ ਪਹੁੰਚ ਚੁੱਕਿਆ। ਰਾਜਨੀਤਿਕ ਲੋਕ ਇਸ ਮਾਮਲੇ ਦੇ ਉੱਤੇ ਵੱਖੋ ਵੱਖਰੇ ਬਿਆਨ ਦੇ ਰਹੇ ਆ। ਇਸੇ ਗੱਲ ਦਾ ਡਰ ਸੀ ਕਿਸਾਨ ਆਗੂਆਂ ਨੂੰ ਵੀ ਕਿਸੇ ਨਾ ਕਿਸੇ ਦਿਨ ਰਾਜਨੀਤਿਕ ਆਗੂਆਂ ਨੇ ਘੁਸਪੈਠ ਕਰ ਲੈਣੀ ਹੈ ਤੇ ਉਸ ਤੋਂ ਬਾਅਦ ਇਸ ਅੰਦੋਲਨ ਦੀ ਰੂਪਰੇਖਾ ਬਦਲ ਜਾਣੀ ਹੈ। ਜਦੋਂ ਬਲਵੀਰ ਸਿੰਘ ਰਾਜੇਵਾਲ ਹੋਰ ਕਹਿੰਦੇ ਹੁੰਦੇ ਸੀਗੇ ਕਿ ਆਪਾਂ ਹਿੰਸਕ ਨਹੀਂ ਹੋਣਾ, ਆਪਾਂ ਸ਼ਾਂਤਮਈ ਰਹਿਣਾ, ਤਾਂ ਮੈਂ ਆਪਦੇ ਕੰਨੀ ਸੁਣਿਆ ਬਹੁਤ ਸਾਰੇ ਲੋਕ ਇਹ ਗੱਲ ਕਹਿੰਦੇ ਹੁੰਦੇ ਸੀ ਵੀ ਐਦਾਂ ਕਿੰਨਾ ਕੁ ਚਿਰ ਬੈਠੇ ਰਵਾਂਗੇ, ਸਾਨੂੰ ਕੋਈ ਨਾ ਕੋਈ ਐਕਟੀਵਿਟੀ ਦਿਖਾਉਣੀ ਚਾਹੀਦੀ ਹੈ, ਕੋਈ ਨਾ ਕੋਈ ਗਤੀਵਿਧੀ ਹੈ ਉਹ ਜਿਹੜੀ ਪਾਉਣੀ ਚਾਹੀਦੀ ਹੈ। ਤੇ ਅੱਜ ਆਪਾਂ ਉਸ ਐਕਟੀਵਿਟੀ ਤੇ ਉਸ ਗਤੀਵਿਧੀ ਨੂੰ ਪਾ ਕੇ, ਉਹ ਐਕਟੀਵਿਟੀ ਕਰਕੇ, ਉਹ ਅਸੀਂ ਸਰਗਰਮੀ ਫੜ ਕੇ ਖੱਟਿਆ ਕੀ ਹੈ, ਇਹ ਹੁਣ ਰਾਜੇਵਾਲ ਹੋਰਾਂ ਦਾ ਵੀ ਮਨ ਪੁੱਛਦਾ ਹੋਣਾ, ਇਹ ਹੁਣ ਤੁਹਾਡਾ ਵੀ ਮਨ ਜਾਣਦਾ ਹੋਣਾ, ਇਹ ਸ਼ਾਇਦ ਉਹਨਾਂ ਲੋਕਾਂ ਦਾ ਮਨ ਵੀ ਕਹਿੰਦਾ ਹੋਵੇ ਕੁਝ ਨਾ ਕੁਝ ਵੀ ਯਾਰ ਖੱਟਿਆ ਤਾਂ ਕੁਝ ਵੀ ਨਹੀਂ, ਗਵਾਇਆ ਅਸੀਂ ਬਹੁਤ ਕੁਝ ਹੈ। ਸੋ ਇਹ ਸਾਨੂੰ ਅਤੀਤ ਦੇ ਵੱਲ ਵੀ ਝਾਤ ਮਾਰਨੀ ਚਾਹੀਦੀ ਹੈ ਵੀ ਇੱਕ ਵੇਲਾ ਉਹ ਸੀ ਸਦੀਆਂ ਪਹਿਲਾਂ ਦਾ, ਜਦੋਂ ਲੋੜਾਂ ਵੀ ਹੋਰ ਸੀ, ਜਦੋਂ ਮਸਲੇ ਵੀ ਹੋਰ ਸੀ। ਅੱਜ ਲੋੜਾਂ ਤੇ ਮਸਲੇ ਹੋਰ ਹੈ। ਜੇਕਰ ਅਸੀਂ ਅਤੀਤ ਦੇ ਨਾਲ ਜੋੜ ਕੇ ਗੱਲ ਦੇਖੀਏ ਕਿ ਅਸੀਂ ਜੀ ਚੜ੍ਹਾਈ ਕਰ ਜਾਂਦੇ ਸੀ ਤੇ ਉੱਥੇ ਇੱਕਦਮ ਹਮਲਾ ਕਰਕੇ ਤੇ ਅਸੀਂ ਜਿੱਤ ਨਸੀਬ ਕਰ ਲੈਂਦੇ ਸੀਗੇ, ਜਿੱਤ ਹਾਸਲ ਹੋ ਜਾਂਦੀ ਸੀ, ਫਿਰ ਅਸੀਂ ਕਬਜ਼ਾ ਕਰ ਲੈਂਦੇ ਹੁੰਦੇ ਸੀ, ਅਸੀਂ ਇੱਦਾਂ ਕਰਦੇ ਰਹੇ ਹਾਂ। ਪਰ
ਪਰ ਅੱਜ ਦੇ ਦੌਰ ਦੇ ਵਿੱਚ ਇਹ ਗੱਲਾਂ ਸੰਭਵ ਨਹੀਂ। ਤੇ ਜੇਕਰ ਇਹ ਸੰਭਵ ਤੁਸੀਂ ਮੰਨਦੇ ਹੋ ਤਾਂ ਇਹਦੇ ਨਤੀਜੇ ਹੁਣ ਦੇਖ ਲਵੋ। ਹੁਣ ਜਿਹੜੇ 200 ਲੋਕਾਂ ਨੇ ਉਹ ਹਿਰਾਸਤ ਦੇ ਵਿੱਚ ਲਿਆ ਗਿਆ, ਉਹਨਾਂ ਦੇ ਬਾਬਤ ਕੌਣ ਜਾਣਦਾ। ਹੁਣ ਜਿਹੜੇ ਕਿਸਾਨ ਆਗੂਆਂ ਨੇ ਇਹਨਾਂ ਨਿੱਠ ਕੇ ਕੰਮਕਾਜ ਹੁਣ ਤੱਕ ਕੀਤਾ, ਉਹਨਾਂ ਦੇ ਉੱਤੇ ਦਰਜ ਹੋਏ ਪਰਚਿਆਂ ਦੇ ਕਰਕੇ ਤੇ ਕਿਹਨੇ ਪੀੜ ਝੱਲਣੀ ਹੈ ਤੇ ਕਿਹਨੇ ਸੰਤਾਪ ਹੰਡਾਉਣਾ, ਇਹਦੇ ਬਾਬਤ ਆਪਾਂ ਸਾਰੇ ਜਾਣਦੇ ਹਾਂ। ਬਾਕੀ ਜਿਹੜੇ ਲੋਕ ਇਸ ਮਾਮਲੇ ਦੇ ਵਿੱਚ ਹੋਰ ਆਉਣਗੇ ਜੱਦ ਦੇ ਵਿੱਚ, ਉਹਨਾਂ ਦੇ ਉੱਤੇ ਕੀ ਕਾਰਵਾਈ ਹੋਣੀ ਹੈ ਕੁਝ ਕਹਿ ਨਹੀਂ ਸਕਦੇ। ਤੇ ਜਿਹੜੇ ਕਰੋੜਾਂ ਲੋਕਾਂ ਦੀ ਨਿਗਾਹ ਟਿੱਕੀ ਸੀ ਇਸ ਅੰਦੋਲਨ ਦੇ ਉੱਤੇ, ਉਹਨਾਂ ਦੇ ਮਨ ਦੇ ਉੱਤੇ ਕੀ ਕੁਝ ਚੱਲ ਰਿਹਾ ਇਹ ਗੱਲ ਸਮਝਣੀ ਔਖੀ ਨਹੀਂ। ਸੋ ਹਾਲੇ ਵੀ ਜਿਹੜੇ ਕਿਸਾਨ ਆਗੂ ਆ ਉਹ ਆਸਵੰਦ ਹੈ ਵੀ ਇਸ ਅੰਦੋਲਨ ਦੇ ਵਿੱਚ ਇੱਕ ਵਾਰ ਮੁੜ ਕੇ ਊਰਜਾ ਭਰੂਗੀ। ਪਰ ਜਿਸ ਤਰੀਕੇ ਦੇ ਮਨਸੂਬੇ ਬਣਾਏ ਗਏ ਸੀ, ਜਿਵੇਂ ਕਿ ਇਸ ਤੋਂ ਪਹਿਲਾਂ ਵੀ ਕਈ ਅੰਦੋਲਨ ਬਦਨਾਮ ਕੀਤੇ ਗਏ ਆ, ਕਿਸਾਨ ਅੰਦੋਲਨ ਨੂੰ ਵੀ ਬਦਨਾਮ ਕਰ ਦਿੱਤਾ ਗਿਆ ਵੱਡੇ ਪੱਧਰ ਦੇ ਉੱਤੇ। ਕੋਈ ਬੇਸ਼ੱਕ ਮਨ ਰੱਖਣ ਦੇ ਲਈ ਇਹ ਗੱਲ ਕਵੇ ਕਿ ਨਹੀਂ ਕੁਝ ਨਹੀਂ ਹੋਇਆ, ਹੋਇਆ ਬਹੁਤ ਕੁਝ ਹੈ। ਅਸੀਂ ਚਾਹੁੰਦੇ ਹਾਂ ਕਿ ਜੋ ਕੁਝ ਹੋਇਆ ਤੇ ਉਹਦੀ ਭਰਪਾਈ ਹੋ ਜਾਵੇ, ਪਰ ਇਹਦੇ ਲਈ ਬਹੁਤ ਵੱਡੇ ਪੱਧਰ ਦੇ ਉੱਤੇ ਹਮਲੇ ਮਾਰਨ ਦੀ ਲੋੜ ਹੈ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟੇ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।